ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਚਿੱਠੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਹੈ। ਆਗਾਮੀ ਝੋਨੇ ਦੇ ਸੀਜ਼ਨ ਦੇ ਲਈ ਐਮਐਸਪੀ ਵਧਾਉਣ ਦੀ ਮੰਗ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ 2902 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੀ ਮੰਗ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਵੀ ਬੋਨਸ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਮੰਗਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜਿਹੜੇ ਕਿਸਾਨ ਪਰਾਲੀ ਨਹੀਂ ਸਾੜਨਗੇ ਉਹਨਾਂ ਨੂੰ ਵੀ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਔਰ ਨਾਲ ਦੀ ਨਾਲ ਝੋਨੇ ਦੀ ਐਮਐਸਪੀ ਵਧਾਵੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ। ਪਿਛਲੇ ਸਾਲ 1835 ਰੁਪਏ ਪ੍ਰਤੀ ਕੁਇੰਟਲ ਝੋਨੇ ਦਾ ਭਾਅ ਸੀ, ਪਰ ਇਸ ਵੇਲੇ 2900 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਦੀ ਮੰਗ ਕੀਤੀ ਗਈ ਹੈ 1835 ਦੇ ਮੁਕਾਬਲੇ। ਸੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਹੋਰ ਚਿੱਠੀ ਝੋਨੇ ਦਾ ਭਾਅ ਨਿਰਧਾਰਿਤ ਕਰਨ ਲਈ, ਝੋਨੇ ਦੀ ਐਮਐਸਪੀ ਨਿਰਧਾਰਿਤ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ। ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਸੁਮੇਧ ਸਿੰਘ ਸੈਣੀ ਦੇ ਵਕੀਲ ਸਤਨਾਮ ਸਿੰਘ ਕਲੇਰ ਇਹ ਕੇਸ ਨਹੀਂ ਲੜਨਗੇ। ਉਹ ਸੈਣੀ ਦਾ ਕੇਸ ਲੜਨ ਤੋਂ ਪਿੱਛੇ ਹਟ ਗਏ ਨੇ। ਸਤਨਾਮ ਸਿੰਘ ਕਲੇਰ ਸੈਣੀ ਦੇ ਖਿਲਾਫ 1991 ਦੇ ਕਿਡਨੈਪਿੰਗ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਹੈ ਔਰ ਸਤਨਾਮ ਸਿੰਘ ਕਲੇਰ ਨੇ ਇਹ ਕੇਸ ਲੜਨ ਤੋਂ ਮਨਾ ਕੀਤਾ ਹੈ। ਹੁਣ ਇਸ ਕੇਸ ਲੜਨ ਤੋਂ ਪਿੱਛੇ ਹਟ ਗਏ ਨੇ ਸਤਨਾਮ ਸਿੰਘ ਕਲੇਰ। ਵਜ੍ਹਾ ਕੀ ਹੈ ਇਹ ਇਸ ਬਾਰੇ ਹਲੇ ਸਪਸ਼ਟ ਨਹੀਂ ਹੈ ਕਿ ਕਿਉਂ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਹੈ, ਪਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਵਕੀਲ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਹੈ। 1991 ਦਾ ਇੱਕ ਕਿਡਨੈਪਿੰਗ ਮਾਮਲਾ ਹੈ ਜਿਸ ਮਾਮਲੇ 'ਚ ਕੇਸ ਦਰਜ ਹੋਇਆ। ਸੋ ਇਹ ਇਸ ਵੇਲੇ ਦੀ ਵੱਡੀ ਖਬਰ ਹੈ, ਅਹਿਮ ਖਬਰ ਹੈ ਕਿ ਸਤਨਾਮ ਸਿੰਘ ਕਲੇਰ ਜਿਹੜੇ ਕਾਫੀ ਪ੍ਰਸਿੱਧ ਵਕੀਲ ਨੇ ਉਹਨਾਂ ਨੇ ਇਸ ਕੇਸ ਤੋਂ ਪਾਸਾ ਵੱਟ ਲਿਆ ਹੈ। ਕਿਉਂ ਪਾਸਾ ਵਟਿਆ ਗਿਆ ਇਹ ਸਵਾਲ ਹੈ। ਹਲੇ ਅਸੀਂ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਕਿਉਂ ਉਹ ਇਹ ਕੇਸ ਲੜਨ ਤੋਂ ਪਿੱਛੇ ਹਟੇ ਨੇ, ਕਿਉਂਕਿ ਪਹਿਲਾਂ ਉਹ ਕੇਸ ਲੜ ਰਹੇ ਸਨ ਜੋ ਕੋਰਟ ਦੇ ਵਿੱਚ ਅੱਜ ਜੋੜਿਆ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਅਗਾਊਂ ਜ਼ਮਾਨਤ ਦੀ, ਉਹ ਸਤਨਾਮ ਸਿੰਘ ਕਲੇਰ ਹੋਰਾਂ ਵੱਲੋਂ ਹੀ ਦਾਖਲ ਕੀਤੀ ਗਈ ਸੀ। ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਖੁਦ ਸਤਨਾਮ ਸਿੰਘ ਕਲੇਰ। ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਵਜ੍ਹਾ ਜਾਣਨੀ ਚਾਹਾਂਗੇ ਕਿਉਂਕਿ ਤੁਹਾਡੇ ਵੱਲੋਂ ਹੀ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਹੁੰਦੀ ਹੈ ਔਰ ਫਿਰ ਤੁਸੀਂ ਕੇਸ ਤੋਂ ਪਿੱਛੇ ਹਟ ਜਾਂਦੇ ਹੋ, ਕੋਈ ਖਾਸ ਵਜ੍ਹਾ? ਵਜ੍ਹਾ ਇਹ ਹੈ ਜੀ ਕਿ ਮੈਂ ਪਿਛਲੇ 44 ਸਾਲ ਤੋਂ ਜੀ ਵਕਾਲਤ ਦੇ ਪੇਸ਼ੇ 'ਚ ਜੀ 44 ਸਾਲ 'ਚ ਮੈਂ ਹਜ਼ਾਰਾਂ ਹੀ ਵੱਡੇ ਛੋਟੇ ਬੰਦਿਆਂ ਦੇ ਕੇਸ ਕਰ ਚੁੱਕਿਆ। ਸੁਮੇਧ ਸਿੰਘ ਸੈਣੀ ਹੋਰਾਂ ਨੇ ਮੈਨੂੰ ਇਸ ਕੇਸ ਲਈ ਆ ਕੇ ਮਿਲੇ ਜੀ ਕਿ ਮੇਰਾ ਇਹ ਕੇਸ ਝਗੜੋ। ਮੈਂ ਉਹ ਕੇਸ ਪਕੜ ਲਿਆ, ਠੀਕ ਹੈ, ਅਤੇ ਉਸ ਵਿੱਚ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ। ਪਰ ਅੱਜ ਮੈਂ ਉਹ ਦੁਪਹਿਰ ਤੋਂ ਬਾਅਦ ਦੇਖਿਆ ਕਿ ਸੋਸ਼ਲ ਮੀਡੀਆ ਤੇ ਬਹੁਤ ਸਿੱਖ ਭੈਣ ਭਰਾ, ਸਿੱਖ ਜਥੇਬੰਦੀਆਂ ਹੋਰ ਬੰਦਿਆਂ ਨੂੰ ਮੇਰੇ ਕੇਸ ਲੜਨ ਤੇ ਇਤਰਾਜ਼ ਹੈ, ਜਿਸ ਕਰਕੇ ਮੈਂ ਆਪਣੇ ਆਪ ਨੂੰ ਕਿਸੇ ਵੀ ਵਿਵਾਦ ਵਿੱਚ ਨਹੀਂ ਪਾਉਣਾ ਚਾਹੁੰਦਾ ਕਿਉਂਕਿ ਮੇਰੇ ਲਈ ਸਿੱਖ ਧਰਮ, ਸਿੱਖੀ ਸਭ ਤੋਂ ਉੱਪਰ ਹੈ, ਵਕਾਲਤ ਦਾ ਪੇਸ਼ਾ ਬਾਅਦ 'ਚ ਹੈ। ਇਸ ਵਜ੍ਹਾ ਕਰਕੇ ਮੈਂ ਸੁਮੇਧ ਸਿੰਘ ਸੈਣੀ ਹੋਰਾਂ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਮੈਂ ਹੁਣ ਤੁਹਾਡਾ ਕੇਸ ਕੱਲ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਾਂਗਾ। ਇੱਥੇ ਤੱਕ ਕਿ ਮੈਂ ਆਪਣੇ ਸਾਰੇ ਕੇਸ ਦੇ ਕਾਗਜ਼ ਵੀ ਸਰ ਸੁਮੇਧ ਸਿੰਘ ਸੈਣੀ ਹੋਰਾਂ ਨੂੰ ਵਾਪਸ ਭੇਜ ਦਿੱਤੇ ਨੇ ਤੇ ਮੈਂ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ। ਇੱਥੇ ਹੀ ਮੈਂ ਐਡ ਕਰਦਾ ਕਿਉਂਕਿ ਮੈਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਵੀ ਸੇਵਾ ਕਰ ਰਿਹਾ ਹਾਂ, ਤਾਂ ਮੈਂ ਇਹ ਕੇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਮੈਂ ਹੁਣ ਸੈਣੀ ਸਾਹਿਬ ਦੇ ਕੇਸ ਵਿੱਚ ਨਹੀਂ ਪੇਸ਼ ਹੋਵਾਂ। ਕਲੇਰ ਸਾਹਿਬ ਤੁਸੀਂ ਇਤਰਾਜ਼ਾਂ ਦੀ ਗੱਲ ਕਰ ਰਹੇ ਹੋ, ਕਿਸ ਤਰੀਕੇ ਦੇ ਇਤਰਾਜ਼ ਨੇ? ਦੇਖੋ ਜੀ, ਇਤਰਾਜ਼ ਤਾਂ ਕਰਨ ਵਾਲੇ ਬੰਦੇ ਦੱਸ ਰਹੇ ਨੇ ਕਿ ਸਾਨੂੰ ਇਸ ਕੇਸ ਤੇ ਇਤਰਾਜ਼ ਹੈ। ਨਹੀਂ, ਕਿਸ ਤਰੀਕੇ ਤੋਂ ਤੁਸੀਂ ਕਹਿ ਰਹੇ ਹੋ ਨਾ ਕਿ ਤੁਹਾਨੂੰ ਮੈਸੇजेस ਆ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਬਹੁਤ ਇਤਰਾਜ਼ ਜਤਾਏ ਗਏ ਨੇ, ਕਿਸ ਤਰੀਕੇ ਦੇ ਇਤਰਾਜ਼ ਨੇ? ਜਿਹੜਾ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰ ਰਹੇ ਨੇ, ਮੇਰੀਆਂ ਫੀਲਿੰਗਸ ਉਹਦੇ ਨਾਲ ਹਰਟ ਹੋਈਆਂ ਔਰ ਮੈਂ 44 ਸਾਲ ਦੇ ਵਿੱਚ ਕਦੇ ਇਹੀ ਚੀਜ਼ ਫੇਸ ਨਹੀਂ ਕੀਤੀ। ਨਾ ਮੈਂ ਆਪਣੇ ਆਪ ਨੂੰ ਇਸ ਵਿਵਾਦ 'ਚ ਪਾਉਣਾ ਚਾਹੁੰਦਾ, ਨਾ ਹੀ ਇੰਨਾ ਸੋਸ਼ਲ ਮੀਡੀਆ ਤੇ ਵਿਵਾਦ ਦੇਖ ਕੇ ਮੈਂ ਕੇਸ ਕਰ ਸਕਾਂਗਾ। ਨਹੀਂ, ਤੁਸੀਂ ਇਤਰਾਜ਼ ਦੱਸਣਾ ਚਾਹੋਗੇ ਕਿਸ ਤਰ੍ਹਾਂ ਦੇ ਇਤਰਾਜ਼ ਨੇ? ਕਿਉਂ ਤੁਹਾਨੂੰ ਕਿਉਂ ਇਸ ਤਰੀਕੇ ਦੇ ਮੈਸੇजेस ਕੀਤੇ ਇਹ ਸੋਸ਼ਲ ਮੀਡੀਆ ਤੇ ਜੀ ਹੁਣ ਇਹਨਾਂ ਦਾ ਮੇਰੇ ਮੂੰਹ ਚੋਂ ਨਿਆਜ਼ ਨਹੀਂ। ਸੋਸ਼ਲ ਮੀਡੀਆ ਦੇਖ ਰਿਹਾ ਲੋਕਾਂ ਨੂੰ ਉਸ ਗੱਲ ਤੇ ਇਤਰਾਜ਼ ਹੈ
ਕਿ ਸਤਨਾਮ ਸਿੰਘ ਕਲੇਰ ਇਹ ਕੇਸ ਕਿਉਂ ਲੜ ਰਿਹਾ। ਇਸ ਲਈ ਮੈਂ ਇਸ ਕੇਸ ਨੂੰ ਹੁਣ ਲੜਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਅੱਛਾ ਸਤਨਾਮ ਜੀ, ਸੁਮੇਧ ਸਿੰਘ ਸੈਣੀ ਹੋਰਾਂ ਦਾ ਰਿਐਕਸ਼ਨ ਕੀ ਹੈ? ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ ਜੀ। ਉਹਨਾਂ ਨੇ ਇਹੀ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਨਹੀਂ ਮੇਰਾ ਕੇਸ ਕਰਨਾ ਚਾਹੁੰਦੇ ਤਾਂ ਮੇਰੇ ਕਾਗਜ਼ ਵਾਪਸ ਕਰ ਦਿਓ। ਮੈਂ ਉਹਨਾਂ ਨੂੰ ਕਾਗਜ਼ ਵਾਪਸ ਭੇਜ ਦਿੱਤੇ ਨੇ ਔਰ ਉਹ ਬੜੇ ਨੋਰਮਲ ਸੀ ਇਸ ਗੱਲ ਤੇ। ਮੈਂ ਉਹਨਾਂ ਨੂੰ ਕਹਤਾ ਕਿ ਮੇਰੀ ਪ੍ਰੋਫੈਸ਼ਨਲ ਮਜਬੂਰੀ ਹੈ, ਮੈਂ ਹੁਣ ਇਹ ਕੇਸ ਨਹੀਂ ਕਰ ਸਕਾਂਗਾ। ਵੈਸੇ ਮੇਰਾ ਵਕਾਲਤ ਦਾ ਕੀਤਾ ਹੈ ਜੀ ਯਾਦਵਿੰਦਰ ਜੀ, ਉੱਥੇ ਦੋ ਹੀ ਤਰ੍ਹਾਂ ਹੁੰਦੀਆਂ ਨੇ, ਇੱਕ ਤਾਂ ਮੈਨੂੰ ਵਕੀਲ ਕਰਦੀ ਹੈ, ਇੱਕ ਤਾਂ ਦੂਏ ਵਕੀਲ ਨੂੰ ਵਕੀਲ ਕਰ ਲੈਂਦੀ ਹੈ। ਅਸੀਂ ਤਾਂ ਪਾਰਟੀ ਦਾ ਪੱਖ ਰੱਖਣਾ ਹੁੰਦਾ ਅਦਾਲਤ ਤੇ, ਸਾਡਾ ਕੋਈ ਜਾਤੀ ਨਹੀਂ ਕੋਈ ਚੀਜ਼ ਹੁੰਦੀ। ਠੀਕ ਹੈ। ਪਰ ਕਿਉਂਕਿ ਜੇ ਮੇਰੇ ਹੁਣ ਪ੍ਰੋਫੈਸ਼ਨ ਤੇ ਹੀ ਕਿ ਕਿੰਤੂ ਪਰੰਤੂ ਆਉਣ ਲੱਗਿਆ, ਜਿਹਨਾਂ ਨੂੰ ਕਿੰਤੂ ਪਰੰਤੂ ਪਰ ਸਤਨਾਮ ਜੀ ਇਹ ਚੀਜ਼ ਤਾਂ ਫਿਰ ਤੁਸੀਂ ਜਿਹੜੇ ਇਤਰਾਜ਼ ਕਰਦੇ ਨੇ ਉਹਨਾਂ ਨੂੰ ਵੀ ਕਹਿ ਸਕਦੇ ਸੀ ਵੀ ਇਹ ਤੁਹਾਡਾ ਪੇਸ਼ਾ ਹੈ, ਇਹਦੇ 'ਚ ਕਿਹੜੀ ਗੱਲ ਹੈ? ਇਹ ਦੇਖੋ ਜੀ, ਜਿਹੜਾ ਹੁਣ ਤੁਸੀਂ ਮੇਰੀ ਬਾਈਟ ਲੈ ਰਹੇ ਹੋ, ਮੈਂ ਤਾਂ ਬਰਾਦਰ ਤੁਹਾਨੂੰ ਬੇਨਤੀ ਕਰਾਂਗਾ ਕਿ ਬਾਈਟ ਰਿਲੀਜ਼ ਕਰੋ ਆਪਣੇ ਟੀਵੀ ਚੈਨਲ ਤੇ, ਤਾਂ ਕਿ ਲੋਕਾਂ ਨੂੰ ਮੇਰੇ ਤੁਸੀਂ ਲਾਈਵ ਹੋ ਜੀ, ਤੁਸੀਂ ਨਿਊਜ਼ 18 ਤੇ ਲਾਈਵ ਟੈਲੀਕਾਸਟ ਹੈ, ਸਾਰੇ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ। ਮੈਂ ਲਾਈਵ ਆਤਾ ਜੀ, ਮੈਂ ਮਤਲਬ ਮੇਰੀਆਂ ਭਾਵਨਾਵਾਂ ਨੂੰ ਬਲਕਿ ਠੇਸ ਪਹੁੰਚੀ ਹੈ। ਪਰ ਮੇਰੇ ਲਈ ਸਿੱਖ ਔਰ ਸਿੱਖ ਧਰਮ ਪਿਆਰਾ। ਅੱਛਾ ਜੇ ਮੇਰੇ ਇਸ ਕੇਸ ਕਰਕੇ ਜਿਹੜੀ ਚੀਜ਼ ਤੁਸੀਂ ਪੁੱਛਣੀ ਚਾਹੁੰਦੇ ਹੋ, ਮੈਂ ਆਪਣਾ ਪੱਖ ਦੱਸਦਾ ਕਿ ਜੇ ਕਿਸੇ ਇਨਸਾਨ ਨੂੰ, ਭੈਣ ਭਾਈ ਨੂੰ, ਜਥੇਬੰਦੀ ਨੂੰ ਮੇਰੇ ਇਸ ਕੇਸ ਪੇਸ਼ ਹੋਣ ਤੇ ਦੁੱਖ ਹੋਇਆ ਜਾਂ ਉਹਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਹਨਾਂ ਤੋਂ ਮਾਫੀ ਮੰਗਦਾ ਇਸ ਗੱਲ। ਅੱਛਾ ਸਤਨਾਮ ਜੀ, ਇੱਕ ਸਵਾਲ ਮੇਰਾ ਹੋਰ ਹੈ। ਅਸੀਂ ਵੀ ਬਹੁਤ ਸੋਸ਼ਲ ਮੀਡੀਆ ਵੀ ਅਸੀਂ ਫੋਲੋ ਕਰਦੇ ਆ ਔਰ ਖਬਰਾਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕ ਤੁਹਾਨੂੰ ਕੰਟੈਕਟ ਕਰਦੇ ਆ, ਸਾਡੇ ਵੀ ਬਹੁਤ ਲੋਕਾਂ ਨਾਲ ਲਿੰਕ ਹੁੰਦੇ ਆ। ਕੁਝ ਐਸੀ ਚਰਚਾ ਵੀ ਅਸੀਂ ਸੁਣੀ ਕਿ ਤੁਸੀਂ ਤੁਹਾਡਾ ਜ਼ਿਆਦਾ ਜਿਹੜਾ ਕੈਰੀਅਰ ਹੈ ਜਾਂ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਤੁਸੀਂ ਅਕਾਲੀ ਦਲ ਨਾਲ ਸੰਬੰਧਿਤ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਸੰਬੰਧਿਤ ਕਾਫੀ ਕੇਸ ਉਹਨਾਂ ਦੇ ਤੁਸੀਂ ਲੜ ਰਹੇ ਹੋ। ਸੋ ਇਹ ਵੀ ਕੋਈ ਵਜ੍ਹਾ ਹੈ ਕਿ ਤੁਸੀਂ ਪਿੱਛੇ ਹਟੇ ਹੋ ਇਹ ਕੇਸ ਲੜਨ ਤੋਂ? ਨਹੀਂ ਜੀ, ਜਦੋਂ ਮੇਰੇ ਕੋਲ ਕੋਈ ਕੇਸ ਲੈ ਕੇ ਆਉਂਦਾ ਹੈ, ਮੈਂ ਸਿਰਫ ਕੇਸ ਦੇ ਮੈਰਿਟ ਡੀਮੈਰਿਟ ਦੇਖ ਕੇ ਉਸ ਕੇਸ 'ਚ ਪੇਸ਼ ਹੋ ਕੇ ਉਹ ਕੇਸ ਦੀ ਪੈਰਵੀ ਕਰਦਾ ਔਰ ਮੈਂ ਹਜ਼ਾਰਾਂ ਕੇਸਾਂ ਚੋਂ 90% ਕੇਸ ਜਿੱਤੇ ਵੀ ਨੇ। ਮੇਰੇ ਤੇ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ। ਮੈਂ ਇੱਕ ਸਿੱਖ ਹੋਣ ਦੇ ਨਾਤੇ ਆਪਣੀਆਂ ਭਾਵਨਾਵਾਂ ਨੂੰ, ਕਿਉਂਕਿ ਮੇਰੀਆਂ ਭਾਵਨਾਵਾਂ ਨੂੰ ਮੇਰੀਆਂ ਨੂੰ ਠੇਸ ਪਹੁੰਚੀ ਹੈ, ਜੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਤਾਂ ਮੈਂ ਉਹ ਕੇਸ ਕਿਉਂ ਲੜਾਂਗਾ ਕੇਸ ਦਾ? ਗੱਲ ਨੂੰ ਨਾ ਮੈਂ ਲੜਨ ਦੇ ਕਾਬਲ ਹਾਂ ਉਸ ਗੱਲ ਨੂੰ। ਕੇਸ ਇਹ ਭਾਵਨਾਵਾਂ ਮੇਰੇ ਦਿਮਾਗ 'ਚ ਘੁੰਮੀ ਜਾਣਗੀਆਂ, ਮੈਂ ਕਿਉਂ ਕੇਸ ਕਰਾਂਗਾ? ਆਪਣਾ ਅਗਲਾ ਵਕੀਲ ਹੋਰ ਕਰੇਗਾ ਤਾਂ ਉਸ ਤੋਂ ਕੇਸ ਕਰਾ ਲੇਗਾ। ਅੱਛਾ ਸਤਨਾਮ ਜੀ, ਇਹ ਦੱਸ ਸਕਦੇ ਹੋ ਕਿਉਂਕਿ ਤੁਸੀਂ ਪਟੀਸ਼ਨ ਫਾਈਲ ਤਾਂ ਕੀਤੀ ਸੀ, ਤੁਹਾਨੂੰ ਕੇਸ ਬਾਰੇ ਜਾਣਕਾਰੀ ਤੇ ਹੈਗੀ ਹੈ, ਕਿਸ ਗਰਾਊਂਡ ਤੇ ਇਹ ਜਿਹੜੀ ਅਗਾਊਂ ਜ਼ਮਾਨਤ ਹੈ ਉਹ ਦਾਇਰ ਕੀਤੀ ਗਈ ਸੀ? ਦੇਖੋ ਹੁਣ ਗੱਲ ਨਹੀਂ ਹੈਗੀ ਕਿ ਮੈਂ ਕੇਸ ਕਰਤਾ, ਉਹ ਅਦਾਲਤ ਦੇ ਵਿਚਾਰ ਅਧੀਨ। ਮੈਂ ਆਪਣੇ ਆਪ ਨੂੰ ਕੇਸ 'ਚੋਂ ਵੱਖ ਕਰ ਲਿਆ, ਇਹ ਵੀ ਮੇਰੀ ਇੱਕ ਫੈਕਟ ਹੈ। ਸੋ ਮੈਂ ਉਹਨਾਂ ਦੇ ਕਾਗਜ਼ ਵੀ ਵਾਪਸ ਕਰਤੇ। ਠੀਕ ਹੈ। ਹੁਣ ਜਿਹੜੀ ਉਹਨਾਂ ਦੀ ਡਿਫੈਂਸ ਹੈ, ਮੈਂ ਆਪਣੇ ਪ੍ਰੋਫੈਸ਼ਨਲ ਐਥਿਕਸ ਔਰ ਪ੍ਰੋਫੈਸ਼ਨਲ ਧਰਮ ਨੂੰ ਦੇਖਦੇ ਹੋਏ ਮੀਡੀਆ ਤੇ ਨਹੀਂ ਆਉਣਾ ਚਾਹੁੰਦਾ। ਉਹਨਾਂ ਦੇ ਜਿਹੜੇ ਵਕੀਲ ਕੱਲ ਨੂੰ ਨਵੇਂ ਪੇਸ਼ ਹੋਣਗੇ ਉਹ ਦੱਸਣ। ਠੀਕ ਹੈ ਕਲੇਰ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਦੇ ਲਈ। ਤਾਂ ਸਤਨਾਮ ਸਿੰਘ ਕਲੇਰ ਜਿਨ੍ਹਾਂ ਦਾ ਇਹ ਸਪਸ਼ਟ ਕਹਿਣਾ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਐਸੇ ਮੈਸੇजेस ਆਏ, ਐਸੇ ਸੁਨੇਹੇ ਆਏ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ। ਹਾਲਾਂਕਿ ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਉਹ ਇੱਕ ਪ੍ਰੋਫੈਸ਼ਨ ਦੇ ਨਾਲ, ਇੱਕ ਕਿੱਤੇ ਦੇ ਨਾਲ ਜੁੜੇ ਹੋਏ ਨੇ, ਵਕੀਲ ਨੇ, ਔਰ ਜਦੋਂ ਵੀ ਕੋਈ ਵਿਅਕਤੀ ਉਹਨਾਂ ਕੋਲੇ ਕੇਸ ਆਉਂਦਾ ਹੈ, ਲੈ ਕੇ ਆਉਂਦਾ ਹੈ, ਤਾਂ ਉਹਨਾਂ ਦਾ ਇੱਕ ਕਿੱਤਾ ਹੈ। ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਮੇਰੀਆਂ ਭਾਵਨਾਵਾਂ आहत ਹੋਈਆਂ ਨੇ, ਉਹਨਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਠੇਸ ਪਹੁੰਚੀ ਹੈ, ਜਿਸ ਤਰੀਕੇ ਨਾਲ ਲੋਕਾਂ ਨੇ ਰਿਐਕਟ ਕੀਤਾ ਹੈ, ਔਰ ਇਸੇ ਕਰਕੇ ਉਹ ਇਹਨਾਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਕੇਸ ਤੋਂ ਕਿਨਾਰਾ ਕਰ ਗਏ। यादविंदर मेरे सहयोगी जुड़े ने, यादविंदर सिंह। यादविंदर, सतनाम सिंह कलेर होरां ने हालांकि काफ़ी गल्लां बातां जिहड़ियां ने स्पष्ट कीतियां ने, पर इतराज़ तो उन्होंने ये नहीं दस्सिया कि की है, पर यह जरूर किया भी सोशल मीडिया ते उन्होंने बहुत ज़्यादा लोगों ने सुनेहे भेजे है, या और सोशल मीडिया ते लोग किस तरीके नाल रिएक्ट करते हैं ये आप बहुत चंगी तरह जानते हैं। सो किते ना किते उससे तो आहत होए ने, हो सकता है कुछ शब्दावली भी इस तरीके की होवे, कोई तिखी होवे, या किसी ने कोई गलत लिखिया होवे। सोशल मीडिया दी बारे, शब्दावली बारे भी सब कुछ लोग जानते हैं। सो
ਤੁਸੀਂ ਵੀ ਸਮਝਦੇ ਹੋ ਵੀ ਇਹੀ ਵਜ੍ਹਾ ਹੈ ਕਿ ਸਤਨਾਮ ਸਿੰਘ ਕਲੇਰ ਪਿੱਛੇ ਹਟ ਗਏ ਜਾਂ ਕੁਝ ਹੋਰ ਵੀ ਕਾਰਨ ਇਸ ਦੇ ਪਿੱਛੇ ਹੋ ਸਕਦਾ ਹੈ? देखो, एक कहावत है अंग्रेजी की, पर्सनल इज पोलिटिकल, पोलिटिकल इज पर्सनल। सब तो पहली गल जी सतनाम सिंह कलेर जी ने नहीं दसी, उन्होंने बेटे श्रोमणी अकाली दल के बुलारे ने। और मैं सवाल ते पूछा यादविंदर, पर ओदा जवाब घुमा गए हो। श्रोमणी कमेटी दे नाल उन्हां दा बड़े लंबे समय दा वास्ता। दरअसल होया कि अज दिन दे अंदर मैं दसां कि खबर किवें आई साडे कोले। अज मैं दिन च इन्हां दा संपर्क सीगा, शाम नूं इन्हां ने कहा कि मैं डिबेट च नहीं आ सकदा, इन्हां ने साडे प्राइम टाइम दी डिबेट दा हिस्सा बनना सी। तां मेरे किसी सोर्स ने कॉल कीती, न्यूज़ 18 दे सोर्स ने कॉल कीती कि सतनाम सिंह कलेर शायद इस चीज़ की पैरवी नहीं करनगे। तां मैं एकदम साडी प्राइम टाइम दी डिबेट खत्म हुई ते मैं इन्हां नाल संपर्क कीता, पहला संपर्क नहीं होया, बाद संपर्क होया ते मैं पुछया, मैं कहा सर इस तरह की कोई चर्चा चल रही है, इज इट राइट? इन्होंने कहा बिल्कुल ठीक है। तो कहानी असल जी मैं कह रहा कि पर्सनल इज पोलिटिकल, पोलिटिकल इज पर्सनल। तो जी उन्होंने सवाल उन्होंने सिर्फ जो वकीली के करियर का नहीं, हालांकि वकील टैरिस्टां भी डिफेंड करते हैं, साहब भी मतलब हर वकीलों का यह राइट है, जिवें पत्रकार का राइट है कि पत्रकार किसी एक धिर दे नाल नहीं, पत्रकार ने सारियां धिरां नाल गलबात करनी होंदी है। पत्रकारी का पेशा ये प्रिविलेज दिंदा, पत्रकार गरीब कोले भी जांदा ते राजे कोले भी जांदा, पत्रकार विरोधी कोले भी जांदा, पक्षी कोले भी जांदा। उसी तरह वकील भी किसी का केस लड़ सकता, पर क्योंकि एक सेंटीमेंट ये कहा जा रहा है कि कैप्टन अमरिंदर सिंह ये जरिए आने वाले समय जी सियासत होएगी कांग्रेस की, कि सिखां दे अंदर एक सेंटीमेंट खड़ा होएगा कि कैप्टन अमरिंदर सिंह ने सैनी खिलाफ कार्रवाई की है ते बादल सरकार चों डीजीपी सी, तां खुद अकाली दल दे नाल उन्हां दे बेटे जुड़े हुए ने। ये गल पोलिटिकली बहुत वड्डे पद्धर ते डैमेज करनी सी, सिर्फ कलेर होरां नूं या कलेर होरां दे परिवार नूं नहीं, अकाली दल के लिए डैमेजेबल होनी सी। शायद अकाली दल की लीडरशिप नाल भी उन्होंने गल हुई होवे, बहुत सारी चीज़ां ऑफ द रिकॉर्ड होंदियां ने, नहीं कहता बंदा, पर ये हो सकता कि उन्होंने गल हुई होवे जिस आधार के उत्ते ही उन्होंने फैसला लिया होवे। फैसला सिर्फ पर्सनल फैसला नहीं है, असीं नहीं कहते कि हर्ट नहीं हुए होने, जो कलेर जी कह रहे हैं बिल्कुल सच होएगा, पर वो पूरा सच नहीं है। बाकी सच ये भी है कि उन्होंने बेटा श्रोमणी अकाली दल का बुलारा और श्रोमणी अकाली दल के नाल जिवें तुसीं भी जिक्र किया, उन्होंने बहुत नेड़ता रही है। बहुत सारे केस लड़े ने प्रकाश सिंह बादल होरां ते जिहड़े कैप्टन अमरिंदर सिंह वालों केस दर्ज किए गए सन पिछले 2002 की सरकार वेले, वो केस भी सतनाम सिंह कलेर होरां ने लड़िया सी। तां धन्नवाद यादविंदर इस गलबात दे लई। सो काफ़ी चीज़ां ने ਜਿਹੜੀਆਂ कई बारी चीज़ां स्पष्ट तौर पर सामने नहीं आउंदियां, पर उसके पिछे बड़े सारे कारण ने, जिवें मेरे सहयोगी यादविंदर ने दस्सण की कोशिश की कि इस दे पिछे ये भी एक वजह है जिहड़ी शायद कलेर होरां ने नहीं दसी, सतनाम सिंह कलेर होरां ने, पर सोशल मीडिया ते उन्हां कहा कि बहुत सारे लोगों के उन्होंने सुनेहे आए, जिस तो बाद उन्होंने मानसिक तौर पर किते ना किते इस नाल सੱਟ वजी और इसे करके उन्होंने अपना नाम इस केस तो वापस ले लिया। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਇਸ ਵੇਲੇ ਗੱਲ ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਦੀ ਹੋ ਰਹੀ ਹੈ ਔਰ ਪੰਜਾਬ ਦੇ ਵਿੱਚੋਂ ਲਗਾਤਾਰ ਹਿਜਰਤ ਜਾਰੀ ਹੈ। ਕੋਈ ਟ੍ਰੇਨ ਤੋਂ ਵਾਪਸੀ ਕਰ ਰਿਹਾ ਤਾਂ ਕੋਈ ਸਾਈਕਲ ਤੇ ਹੀ ਨਿਕਲ ਪਿਆ। ਪਠਾਨਕੋਟ ਤੋਂ ਵੀ 5 ਮਜ਼ਦੂਰਾਂ ਨੇ ਅਸਾਮ ਜਾਣ ਦੇ ਲਈ ਸਾਈਕਲ ਦਾ ਸਹਾਰਾ ਲਿਆ ਹੈ। ਰਿਪੋਰਟ ਦਿਖਾਉਂਦੇ ਹਾਂ। ਇੱਕ ਕੋਰੋਨਾ ਮਹਾਮਾਰੀ ਦਾ ਡਰ, ਦੂਜਾ ਲਾਕਡਾਊਨ ਦਾ ਅਸਰ ਅਤੇ ਤੀਜਾ ਖੁੱਸਿਆ ਕੰਮਕਾਰ। ਲਾਕਡਾਊਨ ਕਰਕੇ ਲੋਕ ਪਰੇਸ਼ਾਨ ਨੇ। ਸਭ ਤੋਂ ਮਾੜੀ ਹਾਲਤ ਮਜ਼ਦੂਰਾਂ ਦੀ ਹੈ। ਨਾ ਸਰਕਾਰੀ ਮਦਦ ਪਹੁੰਚ ਰਹੀ ਹੈ ਤੇ ਨਾ ਫੈਕਟਰੀ ਮਾਲਕਾਂ ਦਾ ਸਾਥ ਮਿਲ ਰਿਹਾ ਹੈ। ਜੇਬ ਪੈਸੇ ਤੋਂ ਖਾਲੀ ਨੇ ਅਤੇ ਘਰ ਅਨਾਜ ਤੋਂ। ਇਸੇ ਕਰਕੇ ਪਠਾਨਕੋਟ ਤੋਂ 5 ਮਜ਼ਦੂਰਾਂ ਨੇ ਸਾਈਕਲਾਂ ਤੇ ਹੀ ਆਸਾਮ ਦੇ ਲਈ ਚਾਲੇ ਪਾ ਦਿੱਤੇ। ਰਾਹ 'ਚ ਰੋਪੜ ਰੁਕ ਕੇ ਇਹਨਾਂ ਨੇ ਆਪਣੀ ਕਹਾਣੀ ਸੁਣਾਈ। हम पठानकोट से आ रहे हैं, असम जाएंगे। क्या काम करते थे? काम प्लाईवुड फैक्ट्री में काम कर। क्या दिक्कत क्या हुई? दिक्कत वो ही था कि हमारा पैसा नहीं था, खाने पीने की दिक्कत था। मालिक ने तनख्वाह नहीं दिया था, 1 महीने का तनख्वाह रह गया। तो ये मालिक को 1 महीने का तनख्वाह मांगा था और मालिक ने बोला कि अभी तनख्वाह नहीं मिलेगा, काम करो, रात को फैक्ट्री चलेगा। तो हम लोगों ने बोला तनख्वाह नहीं मिलेगा तो क्या खाएंगे, कैसे काम करेंगे? तो मालिक ने बोला अभी काम नहीं करना तो चले जाओ। घर भी दूर है, जाना भी जरूर है। इस औखी घड़ी च मजदूरां दी यही सोच बनी हुई है। इन्हां मजदूरां ने फैक्ट्री मालकां ते तनख्वाह ना देण दे इल्जाम लगाए।
ਆਪਣੀ ਬਚਤ ਤੋਂ ਇਹਨਾਂ ਮਜ਼ਦੂਰਾਂ ਨੇ ਸਾਈਕਲ ਖਰੀਦੀ ਅਤੇ ਘਰ ਵਾਪਸੀ ਦੇ ਲਈ ਤੁਰ ਪਏ। पठानकोट से लाए थे। पठानकोट कैसे लाए थे, पहले पैसा साइकिल हमारे पास नहीं था, जो पैसा था उसी से साइकिल खरीद लिया हुआ हमने। अभी वही मजदूरी का काम करना पड़ेगा। ਭਾਵੇਂ ਪੰਜਾਬ ਹੋਵੇ ਜਾਂ ਕੋਈ ਹੋਰ ਸੂਬਾ, ਮਜ਼ਦੂਰਾਂ ਦੀ ਹਾਲਤ ਮਾੜੀ ਹੈ। ਜੇ ਪੰਜਾਬ 'ਚ ਪ੍ਰਵਾਸੀ ਮਜ਼ਦੂਰ ਹਿਜਰਤ ਕਰ ਰਹੇ ਨੇ ਤਾਂ ਪੰਜਾਬੀ ਮਜ਼ਦੂਰ ਵੀ ਘਰ ਵਾਪਸੀ ਕਰ ਰਹੇ ਨੇ। ਰੋਪੜ ਤੋਂ ਅਵਤਾਰ ਕੰਬੋਜ, ਨਿਊਜ਼ 18 ਪੰਜਾਬ। ਤੇ ਪੰਜਾਬ ਤੋਂ ਪੈਦਲ ਹੀ ਘਰ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਮਜ਼ਦੂਰਾਂ ਤੇ ਅੱਜ ਅੰਬਾਲਾ 'ਚ ਪੁਲਿਸ ਵੱਲੋਂ ਡੰਡੇ ਚਲਾਏ ਗਏ। ਮੀਲਾਂ ਦਾ ਸਫ਼ਰ ਤੈਅ ਕਰਕੇ ਹਰਿਆਣਾ ਦੀ ਸਰਹੱਦ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਦੇ ਨਾਲ ਪੁਲਿਸ ਨੇ ਇਸ ਤਰ੍ਹਾਂ ਦਾ ਸਲੂਕ ਕੀਤਾ। ਕੜਕ ਦੀ ਧੁੱਪ ਦੇ ਵਿੱਚ ਥੱਕੇ ਹਾਰੇ ਮਜਬੂਰ ਮਜ਼ਦੂਰਾਂ ਉੱਤੇ ਲਾਠੀਆਂ ਵਰਾਈਆਂ ਅਤੇ ਫਿਰ ਇਸ ਤਰ੍ਹਾਂ ਖਦੇੜਿਆ ਕਿ ਮੰਨੋ ਉਹਨਾਂ ਤੋਂ ਵੱਡਾ ਕੋਈ ਖਤਰਾ ਹੋਰ ਨਹੀਂ। ਅੰਬਾਲਾ ਦਿੱਲੀ ਹਾਈਵੇ ਤੇ ਪੰਜਾਬ ਦੇ ਵੱਲੋਂ ਪਰਤ ਰਹੇ ਮਜ਼ਦੂਰਾਂ ਦਾ ਕੁਝ ਇਸ ਤਰ੍ਹਾਂ ਸਵਾਗਤ ਹੋਇਆ। ਪੁਲਿਸ ਦਾ ਐਕਸ਼ਨ ਇੰਨਾ ਤੇਜ਼ ਸੀ ਕਿ ਮਜ਼ਦੂਰਾਂ ਦੇ ਸਮਝ ਵੀ ਨਹੀਂ ਆ ਰਿਹਾ ਸੀ ਕਿ ਜਾਈਏ ਤਾਂ ਜਾਈਏ ਕਿੱਥੇ। ਇਸ ਲਈ ਜਿਸ ਨੂੰ ਜਿੱਥੇ ਥਾਂ ਮਿਲੀ ਉਹ ਉੱਥੇ ਹੀ ਵੜ ਗਿਆ। ਕੋਈ ਖੇਤਾਂ ਦੇ ਵੱਲ ਭੱਜਿਆ ਤਾਂ ਕੋਈ ਸੜਕ ਦੇ ਰਸਤੇ ਹੀ ਬਚਣ ਬਚਾਉਣ ਦੀ ਕੋਸ਼ਿਸ਼ ਕਰਦਾ ਦਿਖਿਆ। ਲਾਠੀਆਂ ਚਲਾਉਣ ਦੀ ਨੌਬਤ ਆਈ ਕਿਉਂਕਿ ਪੁਲਿਸ ਦੀ ਗੱਲ ਮਜ਼ਦੂਰ ਨਹੀਂ ਸਮਝ ਪਾ ਰਹੇ ਸਨ ਅਤੇ ਮਜ਼ਦੂਰਾਂ ਦਾ ਦਰਦ ਪੁਲਿਸ ਦੀ ਸਮਝ ਤੋਂ ਪਰੇ ਸੀ। ਉਹ ਘਰ ਜਾਣ ਦੀ ਜ਼ਿੱਦ ਉੱਤੇ ਅੜੇ ਰਹੇ ਅਤੇ ਪੁਲਿਸ ਕਹਿੰਦੀ ਰਹੀ ਕਿ ਇਹ ਮੁਮਕਿਨ ਨਹੀਂ। ਇਸ ਲਈ ਥੋੜਾ ਬਹਿਸ ਹੋਈ, ਫਿਰ ਧੱਕਾ ਮੁੱਕੀ ਅਤੇ ਆਖਿਰ ਦੇ ਵਿੱਚ ਇਹ ਸਭ ਕੁਝ। ਲਾਕਡਾਊਨ ਨੇ ਇਸ ਕਦਰ ਤੋੜ ਦਿੱਤਾ ਹੈ, ਹੁਣ ਬਸ ਘਰ ਦਾ ਹੀ ਸਹਾਰਾ ਬਚਿਆ ਹੈ ਅਤੇ ਮਜ਼ਦੂਰਾਂ ਦੀਆਂ ਗੱਲਾਂ ਸੁਣੋਗੇ ਤਾਂ ਤੁਹਾਡੀ ਵੀ ਰੂਹ ਕੰਬ ਜਾਏਗੀ। हम चाहते हैं कि हम अपने परिवार में चल जाए बस, और हम नहीं जा सकते वापिस वहाँ पर। 3-3 दिन भूखे रह के हम लोग कैसे कैसे वहाँ काटे एक ग्रुप में। जिस दिन से लॉकडाउन लगा उसी दिन मैं वहाँ शहर में गया था। बताइए 1-1.5 महीने तक मैंने किस हिसाब से काटा है, ये कोई कट नहीं सह सकता। सरकार हमारी हेल्प करी जाए बस। ये भूखमरी आ गए, सरकार ने कुछ नहीं मिला, हम लोग बहुत परेशान हैं। ठीक ठाक होते तो हम ऐसे नहीं आते सर। पैदल आया हूँ, गाड़ी घोड़ा नहीं मिला। अपने पैरों में बच्चों के लिए अपने परिवार में जाके मर जाएंगे, हम गोली लग जाएगा मर जाएंगे, बाकी हम नहीं जाएंगे लुधियाना, नहीं जाएंगे, हम नहीं जाएंगे, नहीं जाएंगे। ਡਿਊਟੀ ਕਰ ਰਹੀ ਪੁਲਿਸ ਦੀ ਵੀ ਆਪਣੀ ਮਜਬੂਰੀਆਂ ਨੇ ਅਤੇ ਇੱਕ ਅਫਵਾਹ ਗੈਂਗ ਅਜਿਹਾ ਵੀ ਹੈ ਜੋ ਅਜਿਹੇ ਨਾਜ਼ੁਕ ਮੌਕਿਆਂ ਉੱਤੇ ਵੀ ਬਾਜ਼ ਨਹੀਂ ਆ ਰਿਹਾ। ਇੰਨੀ ਵੱਡੀ ਤਾਦਾਦ ਦੇ ਵਿੱਚ ਪੈਦਲ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਮਜ਼ਦੂਰਾਂ ਦੇ ਅੰਬਾਲਾ ਦੇ ਵਿੱਚ ਦਾਖਲ ਹੋਣ ਦੀ ਵਜ੍ਹਾ ਸੀ ਇੱਕ ਫਰਜ਼ੀ ਖਬਰ कि अंबाला तो कोई ट्रेन निकल रही है। इन्होंने किसी को बता दिया भाई अंबाला से ट्रेन बिहार के लिए यूपी के लिए गई हुई है, जो कल ट्रेनें गई थी। उसके बाद ये पंजाब से लोग यहाँ पर आगे रातों रात में कच्चे रास्ते सड़क छोड़कर कच्चे रास्ते आए हैं। आगे इनको कहीं साइड में बिठा के इनको इनकी रजिस्ट्रेशन हो रही है कि ना हो रही है, जो अगला आदेश होगा उस हिसाब से इनको आगे भेज दिया जाएगा। सर ये लोग अड़े हुए हैं कि वापस पंजाब नहीं जाना चाहते, तो स्थिति से किस तरह निपटा जाएगा? चलो प्रशासन से बातचीत करके निपटा जाएगा इससे। ਆਪਣੀਆਂ ਆਪਣੀਆਂ ਸਰਹੱਦਾਂ ਸੂਬਿਆਂ ਨੂੰ ਮਹਿਫੂਜ਼ ਰੱਖਣ ਦੇ ਚੱਕਰ ਦੇ ਵਿੱਚ ਸਰਕਾਰਾਂ ਸ਼ਾਇਦ ਇਹ ਭੁੱਲ ਗਈਆਂ ਕਿ ਢਿੱਡ ਦੀ ਅੱਗ ਕੋਈ ਸਰਹੱਦ ਨਹੀਂ ਦੇਖਦੀ ਅਤੇ ਜਦੋਂ ਇਹ ਮਜ਼ਦੂਰ ਪਹਿਲਾਂ ਹੀ ਇੰਨੇ ਘਬਰਾਏ ਸਹਿਮੇ ਹੋਏ ਨੇ ਤਾਂ ਉਸ ਵਕਤ ਵਿੱਚ ਕਾਨੂੰਨ ਦੀ ਕਿਤਾਬ ਤੋਂ ਜ਼ਿਆਦਾ ਇਨਸਾਨੀਅਤ ਦੇ ਚਸ਼ਮੇ ਨਾਲ ਚੀਜ਼ਾਂ ਨੂੰ ਵੇਖਿਆ ਜਾਵੇ। ਪਹਿਲਾਂ ਤਾਂ ਕੋਸ਼ਿਸ਼ ਮਦਦ ਦੀ ਹੋਵੇ ਅਤੇ ਜੇਕਰ ਉਹ ਵੀ ਮੁਮਕਿਨ ਨਹੀਂ ਤਾਂ ਘੱਟੋ ਘੱਟ ਸਲੂਕ ਤਾਂ ਚੰਗਾ ਕੀਤਾ ਜਾਏ। ਅੰਬਾਲਾ ਤੋਂ ਕ੍ਰਿਸ਼ਨ ਬਾਲੀ, ਨਿਊਜ਼ 18। ਫਾਰਸੀ 'ਚ ਗਾਏ ਗਏ ਜ਼ਫਰਨਾਮੇ ਦੇ ਵਿਵਾਦ ਨੂੰ ਖਤਮ ਕਰਕੇ ਅਕਾਲ ਤਖਤ ਸਾਹਿਬ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਰਅਸਲ ਗੁਰਬਾਣੀ ਦੇ ਸ਼ੁੱਧ ਉਚਾਰਨ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ ਸੀ। ਜ਼ਫਰਨਾਮਾ ਨੂੰ ਸੁਰਾਂ ਦੇ ਵਿੱਚ ਪਰੋਣ ਵਾਲੇ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਲੀਨ ਚਿੱਟ ਮਿਲ ਗਈ ਹੈ। ਫਾਰਸੀ ਦੇ ਵਿੱਚ ਲਿਖੇ ਜ਼ਫਰਨਾਮਾ ਨੂੰ ਸਤਿੰਦਰ ਸਰਤਾਜ ਨੇ ਉੱਘੇ ਫਾਰਸੀ ਫਨਕਾਰਾਂ ਦੇ ਸਹਿਯੋਗ ਦੇ ਨਾਲ ਸੁਰਾਂ ਵਿੱਚ ਪਰੋਇਆ ਸੀ।
ਸਤਿੰਦਰ ਸਰਤਾਜ ਦੇ ਇਸ ਉਦਮ ਦੀ ਸ਼ਲਾਘਾ ਕਰਨ ਦੀ ਬਜਾਏ ਕੁਝ ਲੋਕਾਂ ਨੇ ਇਸ ਤੇ ਵਿਵਾਦ ਖੜਾ ਕਰ ਦਿੱਤਾ। ਸਵਾਲ ਖੜੇ ਕੀਤੇ ਗਏ ਕਿ ਸਰਤਾਜ ਨੇ ਜ਼ਫਰਨਾਮਾ ਦਾ ਅਸ਼ੁੱਧ ਉਚਾਰਨ ਕੀਤਾ ਹੈ। ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਿਆ। ਸ਼ਿਕਾਇਤਾਂ ਹੋਈਆਂ, ਜਾਂਚ ਕਮੇਟੀ ਬਣਾਈ ਗਈ, ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਮਿਲ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮੁਤਾਬਕ ਜਾਂਚ ਦੇ ਦੌਰਾਨ ਜ਼ਫਰਨਾਮਾ ਦੇ ਗਾਇਨ ਵਿੱਚ ਕੁਝ ਵੀ ਵਿਵਾਦ ਵਾਲੀ ਗੱਲ ਨਹੀਂ ਪਾਈ ਗਈ। ਤੇ ਉਹਨਾਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਅਸੀਂ ਇਹਦੀ ਪੜਤਾਲ ਜਿਹੜੀ ਹੈ ਸਿੱਖ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਪਾਸੋਂ ਕਰਵਾਈ ਹੈ ਤੇ ਉਹਨਾਂ ਨੇ 22 ਦੇ ਕਰੀਬ ਜ਼ਫਰਨਾਮੇ ਦੇ ਪੁਰਾਤਨ ਤੇ ਨਵੀਨ ਖਰੜਿਆਂ ਦਾ ਜਿਹੜਾ ਅਧਿਐਨ ਕੀਤਾ ਤੇ ਕੁਝ ਇੱਕ ਵਿਦਵਾਨਾਂ ਦੀ ਜਿਹੜੀ ਹੈ ਉਹ ਰਾਏ ਵੀ ਪ੍ਰਾਪਤ ਕੀਤੀ ਹੈ। ਜੋ ਸਾਨੂੰ ਉਹਨਾਂ ਵੱਲੋਂ ਲਿਖਤੀ ਰਿਪੋਰਟ ਪ੍ਰਾਪਤ ਹੋਈ ਹੈ ਉਹਦੇ ਆਧਾਰ ਦੇ ਉੱਤੇ ਜਿਹੜੀ ਇਹ ਜਿਹੜਾ ਸ਼ਿਕਾਇਤ ਹੈ ਬਿਲਕੁਲ ਨਿਰ ਆਧਾਰ ਜਿਹੜੀ ਉਹ ਜਾਪਦੀ ਹੈ, ਕਿਉਂਕਿ ਸਤਿੰਦਰ ਸਰਤਾਜ ਨੇ ਜਿਹੜੇ ਖਰੜੇ ਨੂੰ ਆਧਾਰ ਬਣਾਇਆ ਹੈ ਉਹ ਖਰੜੇ ਦੇ ਮੁਤਾਬਕ ਉਹਨਾਂ ਦਾ ਜਿਹੜਾ ਪ੍ਰੋਨਾਂਸੀਏਸ਼ਨ ਹੈ ਉਹ ਕਿਸੇ ਹੱਦ ਤੱਕ ਜਿਹੜਾ ਹੈ ਉਹ ਸ਼ੁੱਧ ਹੈ। ਜ਼ਫਰਨਾਮਾ ਨੂੰ ਮੂਲ ਭਾਸ਼ਾ ਦੇ ਵਿੱਚ ਗਾਉਣ ਲਈ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਲੰਬਾ ਸੰਘਰਸ਼ ਕੀਤਾ, ਫਾਰਸੀ ਭਾਸ਼ਾ ਸਿੱਖੀ ਅਤੇ ਜ਼ਫਰਨਾਮਾ ਨੂੰ ਸੁਰਾਂ ਵਿੱਚ ਪਰੋਇਆ। ਪਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਕੁਝ ਮੈਂਬਰਾਂ ਨੂੰ ਸਤਿੰਦਰ ਸਰਤਾਜ ਦੇ ਵੱਲੋਂ ਗਾਏ ਗਏ ਜ਼ਫਰਨਾਮਾ ਨੂੰ ਲੈ ਕੇ ਕੁਝ ਇਤਰਾਜ਼ ਸਨ, ਪਰ ਹੁਣ ਇਹ ਦੂਰ ਹੋ ਚੁੱਕੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਅਤੇ ਇਸੇ ਚਿੱਠੀ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ, ਜਿਸ ਨੂੰ ਸਤਿੰਦਰ ਸਰਤਾਜ ਨੇ ਫਾਰਸੀ ਭਾਸ਼ਾ ਦੇ ਵਿੱਚ ਹੀ ਸੁਰਾਂ ਦੇ ਵਿੱਚ ਪਰੋ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਤਲਵੰਡੀ ਸਾਬੋ ਤੋਂ ਮੁਨੀਸ਼ ਗਰਗ, ਨਿਊਜ਼ 18। ਤੇ ਇਸ ਬੁਲੇਟਿਨ ਦੇ ਵਿੱਚ